ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਗਲੀ ਅਸ਼ਟਪਦੀ ਦਾ ਵਿਚਾਰ ਰੱਖਾਂਗਾ। ਪਹਿਲੇ ਸ਼ਲੋਕ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਈ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਫਿਰਦੇ ਫਿਰਦੇ ਪ੍ਰਭੂ ਆ ਗਿਆ, ਮੈਂ ਆ ਗਿਆ। ਪਰਿਆ ਤਉ ਸਰਨਾਈ, ਤੇਰੀ ਸ਼ਰਨ ਵਿੱਚ ਪੈ ਗਿਆ। ਨਾਨਕ ਕੀ ਪ੍ਰਭ ਬੇਨਤੀ। ਔਰ ਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ ਕਿ ਬੇਨਤੀ ਕਰ ਰਿਹਾ, ਆਪਣੀ ਭਗਤੀ ਲਾਏ। हे ਪ੍ਰਭੂ, ਆਪਣੀ ਭਗਤੀ ਵਿੱਚ ਲਾ ਲੈ। ਗੁਰੂ ਨਾਨਕ ਦੇਵ ਜੀ ਨੇ ਵੀ ਪ੍ਰਭੂ ਦੇ ਅੱਗੇ ਬੇਨਤੀ ਕੀਤੀ। ਫਿਰਦੇ ਫਿਰਦੇ ਮੈਂ ਆ ਗਿਆ ਪ੍ਰਭੂ ਤੇਰੀ ਸ਼ਰਨ ਵਿੱਚ। ਇਹ ਗਾਈਡੈਂਸ ਹੈ ਸਾਡੇ ਵਾਸਤੇ ਕਿ ਅਸੀਂ ਵੀ ਫਿਰ ਰਹੇ ਹਾਂ। ਅਸੀਂ ਇਹ ਸਮਝ ਰਹੇ ਹਾਂ ਕਿ ਗੁਰੂ ਸਾਹਿਬ ਨਹੀਂ ਫਿਰਿਆ, ਲੇਕਿਨ ਉਹ ਵੀ ਫਿਰ ਕੇ ਆ ਗਏ। ਫਿਰ ਉਹਨਾਂ ਨੇ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ ਕਿ ਤੂੰ ਆਪਣੀ ਭਗਤੀ ਵਿੱਚ ਲਾ ਲੈ। ਅਸ਼ਟਪਦੀ। ਜਾਚਕ ਜਨ ਜਾਚੇ ਪ੍ਰਭ ਦਾਨ। ਜਾਚਕ ਜਾਣਦਾ ਹੈ ਪ੍ਰਭੂ ਦੇ ਦਾਨ ਨੂੰ ਕਿ ਪ੍ਰਭੂ ਕਿਸ ਤਰ੍ਹਾਂ ਦਇਆਲੂ ਹੈ ਔਰ ਦਾਨ ਦੇਣ ਵਾਲਾ। ਕਰ ਕਿਰਪਾ ਦੇਵੋ ਹਰ ਨਾਮ। ਕਿਰਪਾ ਕਰੋ ਪ੍ਰਭੂ ਜੀ, ਹਰੀ ਨਾਮ ਦੇ ਦਿਓ। ਸਾਧ ਜਨਾ ਕੀ ਮਾਗੋ ਧੂਰ। ਮੈਂ ਐਸੇ ਸਾਧੂ ਦੀ ਧੂਰ ਮੰਗਦਾ ਹਾਂ ਤਾਂ ਕਿ ਉਹਦੀ ਛੂਹ ਨਾਲ ਮੇਰਾ ਸਭ ਬਦਲ ਜਾਵੇ ਔਰ ਮੈਂ ਵੀ ਨਾਮ ਲੇਵਾ ਬਣ ਜਾਵਾਂ। ਪਾਰ ਬ੍ਰਹਮ ਮੇਰੀ ਸਰਦਾ ਪੂਰ। हे ਵਾਹਿਗੁਰੂ ਜੀ, ਪਾਰ ਬ੍ਰਹਮ ਜੀ, ਮੇਰੀ ਸ਼ਰਧਾ ਜਿਹੜੀ ਹੈ, ਮੇਰੀ ਚਾਹਤ ਜਿਹੜੀ ਪ੍ਰਭੂ ਨੂੰ ਮਿਲਣ ਦੀ ਉਹ ਪੂਰੀ ਹੋ ਜਾਏ। ਸਦਾ ਸਦਾ ਪ੍ਰਭੂ ਕੇ ਗੁਣ ਗਾਓ। ਮੈਂ ਸਦਾ ਸਦਾ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਦਾ ਹਾਂ। ਸਾਸ ਸਾਸ ਪ੍ਰਭ ਤੁਮੈ ਧਿਆਵੋ। ਹਰ ਸਾਸ ਦੇ ਉੱਤੇ ਪ੍ਰਭੂ ਜੀ ਤੁਹਾਨੂੰ ਚੇਤੇ ਕਰਦਾ ਹਾਂ। ਚਰਨ ਕਮਲ ਸੋ ਲਾਗੈ ਪ੍ਰੀਤ। ਪ੍ਰਭੂ ਦੇ ਚਰਨਾਂ ਵਿੱਚ ਮੇਰਾ ਪ੍ਰੇਮ ਜੁੜ ਜਾਵੇ। ਭਗਤ ਕਰੋ ਪ੍ਰਭ ਕੀ ਨਿਤ ਨੀਤ। ਗੁਰੂ ਸਾਹਿਬ ਦੱਸ ਰਹੇ ਨੇ ਕਿ ਪ੍ਰਭੂ ਦੀ ਭਗਤੀ ਨਿਤ ਹਮੇਸ਼ਾ ਕਰੋ। ਏਕ ਓਟ ਏਕੋ ਆਧਾਰ। ਇੱਕ ਹੀ ਸਪੋਰਟ ਰੱਖੋ, ਇੱਕ ਹੀ ਆਧਾਰ ਰੱਖੋ। ਨਾਨਕ ਮਾਗੈ ਨਾਮ ਪ੍ਰਭ ਸਾਰ। ਨਾਨਕ ਮੰਗਦਾ ਹੈ ਨਾਮ ਦਾ ਸਾਰ, ਨਾਮ ਦਾ ਰਸ, ਨਾਮ ਦਾ ਐਸੈਂਸ। ਪ੍ਰਭ ਕੀ ਦ੍ਰਿਸ਼ਟ ਮਹਾਸੁਖ ਹੋਏ। ਜੇ ਪ੍ਰਭੂ ਦੀ ਕਿਰਪਾ ਹੋ ਜਾਏ, ਦ੍ਰਿਸ਼ਟੀ ਹੋ ਜਾਏ, ਤਾਂ ਫਿਰ ਮਹਾਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਰਸ ਪਾਵੇ ਬਿਰਲਾ ਕੋਏ। ਹਰੀ ਦਾ ਰਸ ਜਿਹੜਾ ਹੈ ਵਿਰਲੇ ਵਿਅਕਤੀ ਨੂੰ ਪ੍ਰਾਪਤ ਹੁੰਦਾ ਹੈ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ। ਜਿਨ੍ਹਾਂ ਨੇ ਚਖਿਆ ਹੈ ਉਹ ਜਨ ਤ੍ਰਿਪਤ ਹੋ ਗਏ ਨੇ। ਪੂਰਨ ਪੁਰਖ ਨਹੀਂ ਡੋਲਾਨੇ। ਜਿਹੜੇ ਪੂਰਨ ਪੁਰਖ ਹੈ ਉਹ ਨਹੀਂ ਡੋਲਦੇ ਨੇ। ਉਹਨਾਂ ਨੂੰ ਕਿਤਨਾ ਵੀ ਡੋਲਾਓ ਉਹ ਨਹੀਂ ਡੋਲਦੇ ਨੇ। ਜਿਸ ਤਰ੍ਹਾਂ ਨੌਵੇਂ ਪਾਤਸ਼ਾਹ ਪ੍ਰਭੂ ਭਗਤੀ ਵਿੱਚ ਜੁੜੇ ਹੋਏ ਸੀ। ਔਰੰਗਜ਼ੇਬ ਦੇ ਲੱਖ ਤਸੀਹੇ ਦੇਣ ਤੋਂ ਬਾਅਦ ਸਤਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦੇ ਦਿੱਤੀ, ਲੇਕਿਨ ਪ੍ਰਭੂ ਦਾ ਪ੍ਰੇਮ ਨਹੀਂ ਛੱਡਿਆ। ਉਹਨਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਜਿਹੜਾ ਸਰੀਰ, ਜਿਹੜਾ ਮਨੁੱਖ
ਪ੍ਰਭੂ ਦੇ ਪ੍ਰੇਮ ਨਾਲ ਭਿੱਜ ਜਾਂਦਾ ਹੈ, ਉਹਦਾ ਸਰੀਰ ਨਸ਼ਟ ਹੋ ਜਾਂਦਾ ਹੈ, ਲੇਕਿਨ ਉਹਦੀ ਜਿਹੜੀ ਜ਼ਮੀਰ ਹੈ ਉਹ ਕਦੇ ਖਤਮ ਨਹੀਂ ਹੁੰਦੀ। ਅੱਜ ਵੀ ਆਪਾਂ ਚਾਂਦਨੀ ਚੌਂਕ ਗੁਰਦੁਆਰੇ ਵਿੱਚ ਜਾਂਦੇ ਹਾਂ, ਹਜ਼ਾਰਾਂ ਲੱਖਾਂ ਲੋਕ ਉੱਥੇ ਵਿਜ਼ਿਟ ਕਰਦੇ ਨੇ, ਕਰੋੜਾਂ ਕਰ ਚੁੱਕੇ ਨੇ। ਉਹਨਾਂ ਦੀ ਵੀ ਜ਼ਮੀਰ ਜਿਹੜੀ ਉਹ ਜਾਗ ਉੱਠਦੀ ਇਸ ਗੁਰਦੁਆਰੇ ਵਿੱਚ ਜਾਣ ਨਾਲ ਕਿ ਭਾਈ ਇੱਥੇ ਨੌਵੇਂ ਪਾਤਸ਼ਾਹ ਜੀ ਨੇ ਔਰੰਗਜ਼ੇਬ ਤੋਂ ਫਤਿਹ ਪ੍ਰਾਪਤ ਕੀਤੀ ਸੀ। ਰਾਜ ਪਾਟ ਛੱਡ ਕੇ ਕਿਸੇ ਦੂਜੇ ਤੀਜੇ ਧਾਰਮਿਕ ਨੂੰ ਬਚਾਉਣ ਵਾਸਤੇ ਪ੍ਰਭੂ ਦੇ ਪ੍ਰੇਮ ਵਿੱਚ ਜਿਹੜੇ ਭਿੱਜੇ ਹੋਏ ਸਨ, ਉਹ ਪ੍ਰਭੂ ਦੇ ਪ੍ਰੇਮ ਵਾਲੇ ਉਹਨਾਂ ਦੇ ਪ੍ਰੇਮ ਤੋਂ ਡੋਲੇ ਨਹੀਂ, ਉਹਨਾਂ ਦੀ ਜਿੱਤ ਹੋਈ ਹੈ। ਸੰਸਾਰ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਸਰੀਰ ਦੀ ਖਾਤਮਾ ਹੋ ਜਾਣਾ ਜ਼ਮੀਰ ਦਾ ਖਾਤਮਾ ਨਹੀਂ ਹੈ। ਜ਼ਮੀਰ ਪ੍ਰੇਮ ਵਿੱਚ ਭਿੱਜੀ ਹੋਈ ਸੀ, ਜ਼ਮੀਰ ਪਰਉਪਕਾਰ ਦਾ ਕੰਮ ਕਰਨ ਆਈ ਸੀ। ਪਰਉਪਕਾਰ ਦਾ ਕੰਮ ਕਰਕੇ ਆਪਣਾ ਜਿਹੜਾ ਪ੍ਰੇਮ ਪਰਮਾਤਮਾ ਨਾਲ ਸੀਗਾ ਉਹ ਦਰਸਾਇਆ ਗਿਆ। ਕਈ ਕਿਸਮ ਦੇ ਲਾਲਚ ਦਿੱਤੇ ਕਿ ਅੱਧਾ ਰਾਜ ਭਾਗ ਦੇ ਦੇਵਾਂਗੇ। ਜਦ ਰਾਜ ਭਾਗ ਦੇ ਲਾਲਚ ਨਾਲ ਗੁਰੂ ਜੀ ਨਹੀਂ ਡੋਲੇ ਤਾਂ ਫਿਰ ਉਹਨਾਂ ਦੇ ਸਾਹਮਣੇ ਉਹਨਾਂ ਦੇ ਭਾਈ ਦਇਆਲਾ ਜੀ ਅਤੇ ਹੋਰ ਜਿਹੜੇ ਸਿੱਖ ਸਨ, ਉਹਨਾਂ ਦੇ ਸਾਹਮਣੇ ਤਸੀਹੇ ਦੇ ਦੇ ਕੇ ਜ਼ਾਲਮ ਔਰੰਗਜ਼ੇਬ ਦੀ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਕੀਤਾ ਕਿ ਭਾਈ ਇਹ ਡੋਲ ਜਾਏਗਾ, ਇਹ ਡੋਲ ਜਾਏਗਾ। ਲੇਕਿਨ ਜਿਨ੍ਹਾਂ ਨੂੰ ਪ੍ਰਭੂ ਪ੍ਰੇਮ ਨਾਲ ਪ੍ਰੇਮ ਹੋ ਜਾਂਦਾ ਹੈ, ਉਹਨਾਂ ਦੀ ਜਿੱਤ ਇਹਦੇ ਵਿੱਚ ਰਹਿੰਦੀ ਹੈ ਕਿ ਉਹ ਪ੍ਰੇਮ ਦੇ ਪਿਆਲੇ ਜਿਹੜੇ ਨੇ ਉਹ ਪੀ ਜਾਂਦੇ ਨੇ, ਭਾਵੇਂ ਉਹ ਸ਼ਹੀਦ ਹੋ ਜਾਣ। ਜਿੱਤ ਉਹਨਾਂ ਦੀ ਹੀ ਹੁੰਦੀ ਹੈ ਜਿਨ੍ਹਾਂ ਨੇ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਫਿਰ ਉਹਨਾਂ ਨੂੰ ਹੀ ਜਿਹੜੀ ਹੈ ਦੁਨੀਆ ਜਾਂ ਸੰਗਤ ਯਾਦ ਕਰਦੀ ਹੈ ਕਿ ਭਾਈ ਇੱਥੇ ਗੁਰੂ ਅਰਜਨ ਦੇਵ ਜੀ ਜਾਮ ਪੀ ਗਏ ਸਨ, ਆਪਣੀ ਸ਼ਹਾਦਤ ਤਾਂ ਦੇ ਗਏ ਸਨ ਔਰ ਜਿੱਤ ਹਾਸਿਲ ਕਰਕੇ। ਕਾਇ ਦੀ ਜਿੱਤ? ਪ੍ਰਭੂ ਦੇ ਪ੍ਰੇਮ ਦੀ ਜਿੱਤ, ਹੋਰ ਕੋਈ ਜਿੱਤ ਨਹੀਂ ਸੀ। ਪ੍ਰਭੂ ਨਾਲ ਪ੍ਰੇਮ ਸੀਗਾ। ਇਸ ਕਰਕੇ ਉਹਨਾਂ ਨੇ ਦੱਸਿਆ ਕਿ ਪ੍ਰਭੂ ਨਾਲ ਕੋਈ ਛੁਡਾ ਨਹੀਂ ਸਕਦਾ, ਰਾਜ ਸੱਤਾ ਕੋਈ ਧਮਕਾ ਨਹੀਂ ਸਕਦੀ, ਡੋਲ ਨਹੀਂ ਸਕਦਾ। ਆਪਾਂ ਨੂੰ ਉਸ ਗੁਰਦੁਆਰੇ ਵਿੱਚ ਜਾ ਕੇ ਇਹ ਸਿੱਖਣਾ ਚਾਹੀਦਾ ਹੈ ਕਿ ਭਾਈ ਜ਼ਿੰਦਗੀ ਵਿੱਚ ਡੋਲਣਾ ਨਹੀਂ ਹੈ। ਜਿਸ ਤਰ੍ਹਾਂ ਨੌਵੇਂ ਪਾਤਸ਼ਾਹ ਸਰੀਰ ਤਿਆਗ ਦਿੱਤਾ, ਜ਼ਮੀਰ ਨਹੀਂ ਡੋਲਣ ਦਿੱਤੀ, ਮਨ ਅਡੋਲ ਰਿਹਾ, ਸਰੀਰ ਭਾਵੇਂ ਧੜ ਤੋਂ ਸਿਰ ਅਲੱਗ ਕਰ ਦਿੱਤਾ ਗਿਆ। ਰਾਜ ਸੱਤਾ ਦੇ ਲੋਕਾਂ ਨੇ ਡਰਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਲੇਕਿਨ ਜਿਹੜਾ ਸਰੀਰ ਪਰਮਾਤਮਾ ਦੇ ਪਿਆਰ, ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਸੀ, ਉਸ ਦੀ ਜਿੱਤ ਹੋਈ। ਇੱਕ ਛੋਟੇ ਜਿਹੇ ਬੰਦੇ ਦੀ ਜਿੱਤ ਹੋਈ ਜਿਹੜਾ ਦਿਖਣ ਵਿੱਚ ਛੋਟਾ ਸੀ, ਲੇਕਿਨ ਅੰਦਰੋਂ ਇਤਨਾ ਮਹਾਨ ਸੀ ਕਿ ਅੱਜ ਉਸਦੇ ਕਰੋੜਾਂ ਲੋਕ ਫਾਲੋਅਰ, ਅਜੇ ਹੋਰ ਫਾਲੋਅਰ ਜਿਹੜੇ ਨੇ ਵਧਣਗੇ। ਜਿਸ ਤਰ੍ਹਾਂ ਲੋਕਾਂ ਨੂੰ ਸਮਝ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਾ ਕੀ ਪਰਪਸ ਸੀਗਾ ਔਰ ਉਹ ਕਿਤਨੇ ਪ੍ਰੇਮ ਨਾਲ ਭਿੱਜੇ ਹੋਏ ਸਨ। ਜਿੱਤ ਇਸ ਕਰਕੇ ਆਖੀ ਜਾਂਦੀ ਹੈ ਕਿ ਸਤਿਗੁਰ ਰਾਜ ਸੱਤਾ ਦੇ ਅੱਗੇ ਝੁਕੇ ਨਹੀਂ, ਸਤਿਗੁਰ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜੇ ਹੋਏ ਸਨ ਔਰ ਉਹ ਜਿੱਤ ਕੇ ਇਸ ਦੁਨੀਆ ਤੋਂ ਚਲੇ ਗਏ। ਦੇਵ ਲੋਕ ਵੀ ਉਹਨਾਂ ਨੂੰ ਜੈ ਜੈਕਾਰਾਂ ਕਰਦਾ ਹੈ, ਉਹਨਾਂ ਨੂੰ ਨਮਸਕਾਰਾਂ ਕਰਦਾ ਹੈ, ਉਹਨਾਂ ਨੂੰ ਸਿਜਦੇ ਕਰਦਾ ਹੈ, ਉਹਨਾਂ ਦੇ ਤਿਆਗ ਨੂੰ ਮੰਨਦਾ ਹੈ ਔਰ ਉਹਨਾਂ ਦੇ ਸੈਕਰੀਫਾਈਸ ਨੂੰ ਬਹੁਤ ਮਾਨਤਾ ਦਿੰਦਾ ਹੈ। ਸੁਭਰ ਭਰੇ ਪ੍ਰੇਮ ਰਸ ਰੰਗ,
ਜਿਹੜੇ ਪ੍ਰੇਮ ਦੇ ਰਸ ਦੇ ਰੰਗ ਵਿੱਚ ਰੰਗੀ ਜਾਂਦੇ ਨੇ, ਉਪਜੇ ਚਾਉ ਸਾਧ ਕੇ ਸੰਗ। ਜਿਹੜਾ ਸਾਧ ਵਿਅਕਤੀ ਹੈ, ਜਦ ਉਹਦੇ ਟੱਚ ਵਿੱਚ ਆਓਗੇ ਤਾਂ ਜਿਹੜਾ ਉਹ ਚਾਉ ਜਿਹੜਾ ਹੈਗਾ ਮਨ ਵਿੱਚ, ਜਿਹੜੇ ਚਾਉ ਚੱਲਦੇ ਨੇ ਉਹ ਉਪਜ ਜਾਏਗਾ। ਪਰੇ ਸਰਨ ਆਨ ਸਭ ਤਿਆਗ, ਸਭ ਕੁਝ ਪਰੇ ਛੱਡ ਦੇ ਔਰ ਸਰਨੀ ਵਿੱਚ ਆ ਜਾ। ਅੰਤਰ ਪ੍ਰਗਾਸ ਅੰਦਿਨ ਨਿਵਲਾਗ, जब अंदरले पासे प्रकाश हो जाएगा, ज्ञान आ जाएगा, निश्चय हो जाएगा, फिर जड़ी है अन्न दिन सवे शाम जड़ी है लिव लग जाएगी। वड भागी जपिया प्रभ सोए, ਜਿਹੜੇ ਵੱਡੇ ਭਾਗੀ ਵਿਅਕਤੀ हैं ਉਹਨਾਂ ਨੇ ਜਪਿਆ ਹੈ। ਨਾਨਕ ਨਾਮ ਰਤੇ ਸੁਖ ਹੋਏ। ਕਹਿ ਰਹੇ ਨੇ ਪੰਚਮ ਪਾਤਸ਼ਾਹ ਕਿ ਨਾਮ ਜਪਣ ਵਾਲੇ ਨੂੰ ਸੁਖ ਪ੍ਰਾਪਤ ਹੁੰਦਾ ਹੈ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਨੇ ਨਾਮ ਨੂੰ ਜਪਿਆ ਔਰ ਇਹ ਰਾਜਾ ਦੇ ਅੱਗੇ ਨਹੀਂ ਝੁਕੇ, ਕਿਉਂ? ਇਹ ਨਾਮ ਵਿੱਚ ਰਤੇ ਹੋਏ ਸਨ। ਸੇਵਕ ਕੀ ਮਨਸਾ ਪੂਰੀ ਭਈ, ਹੁਣ ਜਿਹੜਾ ਸੇਵਕ ਹੈ ਉਹਦੀ ਮਨਸਾ ਜੋ ਸੀ ਉਹ ਪੂਰੀ ਹੋ ਗਈ। ਸਤਿਗੁਰ ਤੇ ਨਿਰਮਲ ਮਤ ਲਈ, ਸੱਚੇ ਗੁਰੂ ਤੋਂ ਜਿਹੜੀ ਹੈ ਟੈਕਨੀਕ ਤੋਂ ਨਿਰਮਲ ਜਿਹੜੀ ਮਤ ਹੈ ਉਹ ਲੈ ਲਈ। ਜਨ ਕੋ ਪ੍ਰਭੂ ਹੋਇਓ ਦਇਆਲ, ਜਿਸ ਜਨ ਨੂੰ ਪ੍ਰਭੂ ਦਿਆਲ ਹੋ ਗਿਆ, ਸੇਵਕ ਕੀਨੋ ਸਦਾ ਨਿਹਾਲ। ਐਸਾ ਸੇਵਕ ਜਿਹੜਾ ਹੈ ਫਿਰ ਸਦਾ ਵਾਸਤੇ ਨਿਹਾਲ ਹੋ ਜਾਂਦਾ ਹੈ। ਇੱਕ ਗੱਲ ਮੈਂ ਦੱਸ ਦੇਣਾ ਚਾਹੁੰਦਾ, ਸੂਖਮ ਸਰੀਰ ਅਲੱਗ ਹੁੰਦਾ ਹੈ ਔਰ ਅਸਥੂਲ ਸਰੀਰ ਅਲੱਗ ਹੁੰਦਾ ਹੈ। ਅਸਥੂਲ ਜਿਹੜਾ ਹੈ ਉਹ ਸਾਡੀ ਫਿਜ਼ੀਕਲ ਬੋਡੀ ਜਿਹੜੀ ਹੈ ਉਸਨੂੰ ਆਪਾਂ ਅਸਥੂਲ ਸਰੀਰ ਕਹਿੰਦੇ ਹਾਂ। ਫਿਜ਼ੀਕਲ ਬੋਡੀ, ਫਿਜ਼ੀਕਲ ਬੋਡੀ ਦੇ ਅੰਦਰ ਇੱਕ ਔਰ ਅਲੱਗ ਜਿਹੜੀ ਹੈ ਉਹ ਵਸਤੂ ਹੈ, ਚੀਜ਼ ਹੈ, ਜੋ ਵੀ ਸਮਝ ਲਓ ਉਸਨੂੰ ਸੂਖਮ ਆਖਦੇ। ਉਹ ਸੂਖਮ ਸਰੀਰ ਜਿਹੜਾ ਉਸਨੂੰ ਕੋਈ ਪੀੜਾ ਨਹੀਂ, ਉਹ ਦੇਖਦਾ ਰਹਿੰਦਾ ਬਾਹਰ ਨਿਕਲ ਕੇ ਕਿ ਹੋ ਕੀ ਰਿਹਾ ਸਥੂਲ ਨਾਲ। ਜਦ ਤੁਸੀਂ ਸੂਖਮ ਸਰੀਰ ਨਾਲ ਆਪਣੇ ਸਰੀਰ ਨੂੰ ਵੇਖਣ ਦੀ ਟੈਕਨੀਕ ਸਿੱਖ ਜਾਓਗੇ ਜਾਂ ਵੇਖਣ ਲੱਗੋਗੇ ਤਾਂ ਫਿਰ ਦੁੱਖ ਔਰ ਸੁੱਖ ਉਹ ਮਹਿਸੂਸ ਤੋਂ ਪਰੇ ਹੋ ਜਾਂਦਾ ਹੈ। ਇਹ ਤਸੀਹੇ ਜਿਤਨੇ ਵੀ ਸੀਗੇ ਜਾਂ ਹੈ ਇਸ ਸਰੀਰ ਦੇ ਉੱਤੇ ਜਿਹੜੇ ਨਾ ਮੂਰਖ ਪਾ ਰਹੇ ਸਨ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਦਾ ਜਿਹੜਾ ਸੂਖਮ ਸਰੀਰ ਹੈ ਉਹ ਅਲੱਗ ਹੈ। ਇਹ ਸੂਖਮ ਨਾਲ ਚੱਲਣ ਵਾਲਾ ਮਹਾਮਾਨਵ ਹੈ। ਇਹ ਮਹਾਨ ਮਾਨਵ ਜਿਹੜਾ ਹੈ ਸੂਖਮ ਨਾਲ ਚੱਲਦਾ। ਇਹ ਆਮ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਕੌਣ ਸੂਖਮ ਨਾਲ ਚੱਲ ਰਿਹਾ ਹੈ ਅਤੇ ਕੌਣ ਅਸਥੂਲ ਨਾਲ ਚੱਲ ਰਿਹਾ। ਉਹ ਆਪ ਜਿਹੜੇ ਨੇ ਅਸਥੂਲ ਨਾਲ ਚੱਲਦੇ ਸਨ, ਭਾਵੇਂ ਉਹ ਕਿਤਨੀ ਵੀ ਉਹ ਪੜ੍ਹਦੇ ਸਨ, ਕੁਰਾਨ ਸ਼ਰੀਫ ਵਗੈਰਾ ਉਹਦੇ ਮੀਨਿੰਗ ਜਾਣਦੇ ਸਨ, ਲੇਕਿਨ ਉਹਨਾਂ ਨੂੰ ਸੂਖਮ ਔਰ ਅਸਥੂਲ ਦਾ ਭੇਦ ਨਹੀਂ ਸੀਗਾ। ਉਹਨਾਂ ਨੂੰ ਇਹਦੀ ਸੂਖਮ ਔਰ ਅਸਥੂਲ ਦਾ ਭੇਦ ਪਤਾ ਰਹਿੰਦਾ ਅਤੇ ਉਹ ਜ਼ੋਰ ਹੀ ਨਹੀਂ ਪਾਉਂਦੇ ਕਿ ਭਾਈ ਇੱਦਾਂ ਇਹ ਕਰ, ਉੱਦਾਂ ਉਹ ਕਰ। ਰਬ ਰਹਿਆ ਬੰਧਨ ਕਾਟ ਮੁਕਤ ਜਨ ਭਇਆ। ਬੰਧਨ ਜਿਹੜੇ ਨੇ ਐਸੇ ਵਿਅਕਤੀ ਦੇ ਕੱਟ ਜਾਂਦੇ ਨੇ, ਉਹ ਮੁਕਤ ਹੋ ਜਾਂਦਾ ਹੈ। ਜਨਮ ਮਰਨ ਦੁੱਖ ਭਰਮ ਗਿਆ, ਭਰਮ ਜਿਹੜਾ ਹੈ ਚਲਾ ਜਾਂਦਾ ਔਰ ਜਨਮ ਮਰਨ ਦਾ ਗੇੜਾ ਖਤਮ ਹੋ ਜਾਂਦਾ। ਇੱਛਾ ਪੂਰਨੀ ਸਰਦਾ ਸਭ ਪੂਰੀ, ਇੱਛਾਵਾਂ ਵੀ ਪੂਰੀ ਹੋ ਜਾਂਦੀਆਂ ਔਰ ਜਿਤਨੀ ਸ਼ਰਧਾ ਰਹਿੰਦੀ ਹੈਗੀ ਉਹ ਵੀ ਪੂਰੀ ਹੁੰਦੀ ਹੈ। ਰਬ ਰਹਿਆ ਸਦ ਸੰਗ ਹਜ਼ੂਰੀ, ਹਮੇਸ਼ਾ ਜਿਹੜਾ ਨਾ ਹਜ਼ੂਰ ਦੇ ਸੰਗ ਵਿੱਚ, ਹਜ਼ੂਰੀ ਜਿਹੜਾ ਹੈ ਆਪਣੇ ਅੰਦਰ ਉਹਦੇ ਸੰਗ ਰਹਿੰਦਾ ਹੈ। ਉਹੀ ਜਿਹੜਾ ਸੂਖਮ ਹੈਗਾ ਉਹੀ ਹਜ਼ੂਰੀ ਹੈ, ਉਹੀ ਆਤਮਾ ਹੈ, ਉਹੀ ਪਰਮਾਤਮਾ ਹੈ। ਉਹ ਕੋਈ ਤੀਜੀ ਨਹੀਂ ਹੈ। ਇੱਕ ਅਸਥੂਲ ਇੱਕ ਸੂਖਮ ਹੈ। ਸੂਖਮ ਵਿੱਚ ਹੀ ਸਾਰੇ ਗੁਣ ਹੈਗੇ ਨੇ
ਪਰਮਾਤਮਾ ਵੱਲ, ਲੇਕਿਨ ਆਪਾਂ ਨੂੰ ਸਮਝ ਨਹੀਂ ਆਉਂਦਾ, ਕਈ ਜਨਮ ਨਿਕਲ ਜਾਂਦੇ ਨੇ। ਹੁਣ ਗੁਰੂ ਜਦ ਸਮਝਾਉਂਦਾ ਹੈ ਇਹ ਜਦ ਫਿਰ ਉਸ ਨੂੰ ਸਮਝ ਆਉਂਦਾ ਹੈ, ਜਦ ਅਨੁਭਵ ਕਰਦਾ ਹੈ ਤਾਂ ਉਹਦੀ ਪੂਰੀ ਸੋਝੀ ਬੂਝੀ ਖੁੱਲ੍ਹ ਜਾਂਦੀ ਹੈ। ਜਿਸ ਕਾ ਸਤਨ ਲਿਆ ਮਿਲਾਏ, ਜਿਸ ਦਾ ਰਹਿੰਦਾ ਹੈ ਉਹ ਫਿਰ ਮਿਲਾ ਲੈਂਦਾ। ਪਰਮਾਤਮਾ ਦੇ ਅਸੀਂ ਹਾਂ, ਉਹ ਫਿਰ ਸਾਨੂੰ ਮਿਲਾਉਂਦਾ ਹੈ। ਨਾਨਕ ਭਗਤੀ ਨਾਮ ਸਮਾਏ, ਨਾਨਕ ਕਹਿ ਰਹੇ ਨੇ ਭਾਈ ਭਗਤੀ ਜਿਹੜੀ ਹੈ ਨਾਮ ਦੀ ਕਰੇਗਾ ਫਿਰ ਨਾਮ ਵਿੱਚ ਸਮਾ ਜਾਏਗਾ। ਸੋ ਕਿਉਂ ਵਿਸਰੇ ਜੀ ਘਾਲ ਨਾ ਭਾਨੇ, ਉਹ ਵਿਅਕਤੀ ਜਿਹੜਾ ਹੈ ਉਸ ਨੂੰ ਵਿਸਰਨ ਦੀ ਲੋੜ ਨਹੀਂ ਹੈ, ਜਿਹੜਾ ਘਾਲ ਨਾ ਭਾਨੇ, ਜਿਹੜਾ ਹਰ ਜਗ੍ਹਾ ਹਰ ਸਮੇਂ ਮੌਜੂਦ ਹੈ ਤੁਹਾਡੀ ਰੱਖਿਆ ਵਾਸਤੇ ਔਰ ਤੁਹਾਡੇ ਨੂੰ ਸੱਚੇ ਔਰ ਸੁੰਦਰ ਵਿਚਾਰ ਦੇਣ ਵਾਸਤੇ। ਉਸ ਨੂੰ ਬੋਲਣ ਦੀ ਲੋੜ ਨਹੀਂ ਹੈ। ਸੋ ਕਿਉਂ ਵਿਸਰੇ ਜੀ ਕੀਆ ਜਾਣੇ, ਜਿਸਨੇ ਸਾਨੂੰ ਕੀਤਾ ਹੈ ਉਸ ਨੂੰ ਵੀ ਵਿਸਰਨ ਦੀ ਲੋੜ ਨਹੀਂ, ਅਰਥਾਤ ਪ੍ਰਭੂ ਪਰਮਾਤਮਾ। ਸੋ ਕਿਉਂ ਵਿਸਰੇ ਜਿਨ ਸਭ ਕੁਝ ਦੀਆ, ਜਿਸ ਪਰਮਾਤਮਾ ਨੇ ਤੁਹਾਨੂੰ ਹਰ ਚੀਜ਼ ਦਿੱਤੀ ਹੈ ਉਸ ਨੂੰ ਭੁੱਲ ਨਾ ਜਾਓ, ਉਸ ਨੂੰ ਵਿਸਾਰੋ ਨਾ। ਸੋ ਕਿਉਂ ਵਿਸਰੇ ਜੀ ਜੀਵਨ ਜੀਆ, ਉਸੇ ਪਰਮਾਤਮਾ ਦੇ ਨਾਂ 'ਤੇ ਦਿੱਤੀ ਹੋਈ ਦਾਤ ਨਾਲ ਅਸੀਂ ਜੀਵਨ ਨੂੰ ਜੀ ਰਹੇ ਹਾਂ। ਸੋ ਕਿਉਂ ਵਿਸਰੇ ਜੀ ਅਗਨ ਮਹਿ ਰਾਖੇ, ਜਿਹੜੀ ਜਠਰ ਅਗਨੀ ਸੀ, ਜਿਹੜੀ ਮਾਤਾ ਦੇ ਸਰੀਰ ਵਿੱਚ ਜਦ ਰਹਿੰਦੇ ਤਾਂ ਆਪਾਂ ਉਸ ਨੂੰ ਆਖਦੇ ਜਠਰ ਅਗਨੀ ਵਿੱਚ ਜਿਹੜਾ ਹੈ ਮਨੁੱਖ ਤਪਿਆ ਰਹਿੰਦਾ ਹੈ। ਨਾਭੀ ਦੇ ਕੋਲ ਜਿਹੜੀ ਹੈ ਅਗਨੀ ਰਹਿੰਦੀ ਹੈ ਔਰ ਉਸ ਨੂੰ ਜਠਰ ਅਗਨੀ ਕਿਹਾ ਜਾਂਦਾ ਹੈ। ਇੱਥੇ ਮਹਾਰਾਜ ਉਹ ਅਗਨੀ ਜਿਹੜੀ ਹੈ ਸੂਰਜ ਦੀ ਤਪਸ਼ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਰਹਿੰਦੀ ਹੈ। ਗੁਰ ਪ੍ਰਸਾਦ ਕੋ ਵਿਰਲਾ ਲਾਖੇ, ਗੁਰੂ ਦੀ ਕਿਰਪਾ ਕਿਸੇ ਵਿਰਲੇ ਦੇ ਉੱਤੇ, ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਉੱਤੇ ਹੀ ਕਿਰਪਾ ਹੁੰਦੀ ਹੈ। ਸੋ ਕਿਉਂ ਵਿਸਰੇ ਜੀ ਬਿਕਤੇ ਕਾਢੇ, ਉਹ ਜਿਹੜਾ ਹੈ ਜ਼ਹਿਰ ਤੋਂ ਅਰਥਾਤ ਮਾਇਆ ਤੋਂ ਕੱਢ ਲੈਂਦਾ, ਉਸ ਨੂੰ ਵਿਸਾਰ ਨਹੀਂ। ਜਨਮ ਜਨਮ ਕਾ ਟੂਟਾ ਗਾਢੇ, ਜਨਮ ਜਨਮ ਤੋਂ ਜਿਹੜੀ ਗੱਡ ਹੈ ਟੁੱਟ ਗਈ ਹੈ ਉਸ ਨੂੰ ਗੱਢ ਲੈਂਦਾ ਹੈ, ਮਤਲਬ ਗਿਠਾਨ ਲਾ ਕੇ ਆਪਣੇ ਨਾਲ ਸਮੇਟ ਲੈਂਦਾ ਹੈ। ਉਸ ਨੂੰ ਭੁੱਲਣ ਦੀ ਲੋੜ ਨਹੀਂ ਹੈ। ਜਨਮਾਂ ਜਨਮਾਂ ਤੋਂ ਜਿਹੜਾ ਟੁੱਟਾ ਹੋਇਆ, ਅਸੀਂ ਜਿਹੜਾ ਜਨਮਾਂ ਜਨਮਾਂ ਤੋਂ ਟੁੱਟੇ ਹੋਏ ਹਾਂ, ਕਈ ਜਨਮ, ਇੱਕ ਜਨਮ ਨਹੀਂ ਕਈ ਜਨਮਾਂ ਤੋਂ ਟੁੱਟੇ, ਉਹ ਗਾਢਨਹਾਰ ਹੈ। ਉਹ ਨਾਟ ਨੂੰ ਗਿਠਾਨ ਨੂੰ ਬੱਧ ਕੇ ਫਿਰ ਬੰਦ ਸਕਦਾ ਸਾਨੂੰ, ਉਹਦੀ ਕਿਰਪਾ ਹੋਣੀ ਚਾਹੀਦੀ। ਗੁਰ ਪੂਰੇ ਤਤ ਇਹ ਬੁਝਾਇਆ, ਗੁਰ ਨੇ ਜਿਹੜਾ ਹੈ ਇਹ ਤੱਤ ਸਾਨੂੰ ਸਮਝਾਇਆ ਹੈ ਕਿ ਭਾਈ ਉਹ ਬਹੁਤ ਕੁਝ ਕਰ ਸਕਦਾ, ਕਰ ਦੇਗਾ। ਪ੍ਰਭ ਆਪਣਾ ਨਾਨਕ ਜਨ ਧਿਆਇਆ, ਗੁਰੂ ਮਹਾਰਾਜ ਕਹਿੰਦੇ ਗਏ ਨੇ, ਨਾਨਕ ਕਹਿੰਦੇ ਨੇ ਕਿ ਤੂੰ ਇਹ ਜਨਾ ਤੂੰ ਧਿਆ, ਉਸ ਨੂੰ ਚੇਤੇ ਰੱਖ। ਸਾਜਨ ਸੰਤ ਕਰੋ ਇਹ ਕਾਮ, ਸਾਜਨ ਦੇ ਨਾਲ ਤੇ ਸੰਤਾਂ ਦੇ ਨਾਲ ਮਿਲ ਕੇ ਕੰਮ ਨੂੰ ਕਰੋ। ਆਨ ਤਿਆਗ ਜਪੋ ਹਰ ਨਾਮ, ਬਾਕੀ ਸਭ ਚੀਜ਼ ਦਾ ਤਿਆਗ ਦੇ, ਹਰੀ ਦਾ ਨਾਮ ਜਪ। ਸਿਮਰ 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 ਸੁਖ ਪਾਓ, ਸਿਮਰ ਸਿਮਰ ਕੇ ਜਿਹੜਾ ਬੰਦਾ ਹੈ ਸੁਖ ਦੀ ਪ੍ਰਾਪਤੀ ਹੋ ਜਾਏਗੀ ਉਸਨੂੰ। ਆਪ ਜਪੋ ਅਵਰਾ ਨਾਮ ਜਪਾਓ, ਆਪ ਵੀ ਜਪੋ ਤੇ ਹੋਰਨਾਂ ਨੂੰ ਵੀ ਨਾਮ ਜਪਾਓ। ਭਗਤ ਭਾਇ ਤਰੀਏ ਸੰਸਾਰ, ਭਗਤੀ ਭਾਵ ਨਾਲ ਜਿਹੜਾ ਹੈ ਸੰਸਾਰ ਨੂੰ ਤਰਿਆ ਜਾ ਸਕਦਾ ਹੈ, ਅਰਥਾਤ ਮਨ ਵਿੱਚ ਭਲੇ ਪਾਸੇ ਗਤੀ ਦੇ ਭਾਵ ਨੂੰ ਰੱਖਣਾ। ਹੁਣ ਇੱਥੇ ਫਿਰ ਮਹਾਰਾਜ ਦੱਸਦੇ ਨੇ ਭਾਵ ਜਿਹੜਾ ਉਹ ਇੰਪੋਰਟੈਂਟ। ਪਹਿਲੇ ਤੁਸੀਂ ਜਿਹੜਾ ਹੈ ਨਾਮ ਜਪੋਗੇ, ਮਨ ਦੇ ਅੰਦਰ ਚਲਾ ਜਾਏਗਾ, ਮਨ ਤੋਂ ਜਿਹੜਾ ਹੈ ਫਿਰ ਇਹ ਸਬਕੌਂਸ਼ੀਅਸ ਮਾਈਂਡ ਵਿੱਚ ਚਲਾ ਜਾਏਗਾ। ਜਦ ਇਹ ਸਬਕੌਂਸ਼ੀਅਸ ਮਾਈਂਡ ਵਿੱਚ ਜਾਏਗਾ ਤਾਂ ਇੱਕ ਭਾਵ ਜਿਹੜਾ ਉਹਦੇ ਵਿੱਚ ਬਣ ਜਾਏਗਾ, ਆਟੋਮੈਟਿਕਲੀ ਬਣ ਜਾਂਦਾ। ਫਿਰ ਜਿਹੜੇ ਉਹ ਭਾਵ ਨੇ ਭਗਤੀ ਦੇ ਭਾਵ, ਉਹ ਜਿਹੜੇ ਨੇ ਉਹ ਤੁਹਾਨੂੰ ਤਾਰ ਲੈਣਗੇ। ਉਹ ਭਾਵ ਜਿਹੜਾ ਹਮੇਸ਼ਾ ਚੱਲਦਾ ਰਹੇਗਾ ਅੰਦਰ ਹੀ ਅੰਦਰ। ਬਿਨ ਭਗਤੀ ਤਨ ਹੋਸੀ ਛਾਰ, ਭਗਤੀ ਤੋਂ ਬਗੈਰ ਜਿਹੜਾ ਹੈ ਉਹ ਮਨੁੱਖ ਦਾ ਜੀਵਨ ਛਾਰ ਸੁਆਹ ਵਾਂਗਰ ਹੋ ਜਾਂਦਾ। ਸਰਬ ਕਲਿਆਣ ਸੂਖ ਨਿਧ ਨਾਮ, ਸਾਰਾ ਕੁਝ ਕਲਿਆਣ ਹੋ ਸਕਦਾ ਹੈ, ਸੁੱਖ ਵੀ ਪ੍ਰਾਪਤ ਹੋ ਜਾਏਗਾ ਜੇ ਆਪਾਂ ਨਾਮ ਰੂਪੀ ਰੋਜ਼ ਨਿਤ ਪ੍ਰਤੀ ਜਪਾਂਗੇ। ਬਹੁਤ
ਬੂੜਤ ਜਾਤ ਪਾਏ ਵਿਸਰਾਮ। ਮੂਰਖ ਵਿਅਕਤੀ ਨੂੰ ਵੀ ਜਿਹੜਾ ਹੈ ਵਿਸ਼ਰਾਮ ਪ੍ਰਾਪਤ ਹੋ ਜਾਏਗਾ। ਜਿਹੜਾ ਨਾਮ ਜਪੇਗਾ, ਭਲੇ ਪਹਿਲੇ ਸ਼ੁਰੂ ਵਿੱਚ ਜ਼ਿਆਦਾ ਗਿਆਨ ਨਹੀਂ ਸੀ, ਲੇਕਿਨ ਨਾਮ ਜਪਦੇ ਜਪਦੇ ਉਹਦੇ ਕੌਨਸ਼ੀਅਸ ਮਾਈਂਡ ਤੋਂ ਸਬਕੌਨਸ਼ੀਅਸ ਮਾਈਂਡ ਵਿੱਚ ਆ ਜਾਣਗੀਆਂ ਗੱਲਾਂ, ਭਗਤੀ ਭਾਵ ਬੈਠ ਜਾਏਗਾ, ਫਿਰ ਉਹ ਜਿਹੜਾ ਹੈ ਅੱਗੇ ਵੱਧ ਜਾਏਗਾ। ਸਗਲ ਦੁੱਖ ਕਾ ਹੋਵਤ ਨਾਸ, ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਨਾਮ ਜਪੋ, ਨਾਨਕ ਨਾਮ ਜਪੋ ਗੁਣ ਤਾਸ। ਨਾਨਕ ਕਹਿ ਰਹੇ ਨੇ ਭਾਈ, ਉਹ ਗੁਣੀ ਜਿਹੜਾ ਹੈ, ਜਿਹਦੇ ਕੋਲ ਗੁਣਾਂ ਦਾ ਖਜ਼ਾਨਾ ਹੈ, ਗੁਣ ਤਾਸ ਮਤਲਬ ਗੁਣਾਂ ਦਾ ਖਜ਼ਾਨਾ ਅਰਥਾਤ ਪਰਮਾਤਮਾ, ਅਰਥਾਤ ਵਾਹਿਗੁਰੂ, ਅਰਥਾਤ ਪਰਬ੍ਰਹਮ। ਉਹਦਾ ਨਾਮ ਜਪਣ ਨਾਲ ਤੇਰੇ ਅੰਦਰ ਵੀ ਗੁਣਾਂ ਦਾ ਖਜ਼ਾਨਾ ਬਹਿ ਜਾਏਗਾ, ਤੂੰ ਵੀ ਗੁਣਵਾਨ ਹੋ ਜਾਏਗਾ। ਉਪਜੀ ਪ੍ਰੀਤ ਪ੍ਰੇਮ ਰਸਾ, ਜਦ ਪ੍ਰੀਤ ਪਿਆਰ ਜਦ ਤੇਰਾ ਹੋ ਜਾਏਗਾ ਔਰ ਪ੍ਰੇਮ ਰਸ ਦਾ ਚਾਅ ਫਿਰ ਤੈਨੂੰ ਆਉਣ ਲੱਗੇਗਾ ਵੀ ਕਿ ਕੀ ਪ੍ਰੇਮ ਰਸ ਹੈਗਾ, ਪਰਮਾਤਮਾ ਦੇ ਨਾਲ ਜੁੜਨ ਨਾਲ ਪ੍ਰੇਮ ਰਸ ਕੀ ਹੈ, ਤਾਂ ਸਮਝ ਆਏਗਾ ਜਦ ਪ੍ਰੇਮ ਕਰੇਗਾ। ਮਨ ਤਨ ਅੰਤਰ ਇਹ ਸੁਆਓ, ਮਨ ਔਰ ਤਨ ਦੇ ਅੰਤਰ ਇਹੀ ਸਵਾਦ ਤੈਨੂੰ ਆਉਣ ਲੱਗੇਗਾ। ਨੇਤਰੋਂ ਪੇਖ ਦਰਸ ਸੁਖ ਹੋਏ, ਨੇਤਰਾਂ ਤੋਂ ਵੇਖ ਤੈਨੂੰ ਸੁਖ ਦੀ ਪ੍ਰਾਪਤੀ ਹੋਏਗੀ। ਮਨ ਵਿਕਸੇ ਸਾਧ ਚਰਨ ਧੋਏ, ਮਨ ਜਿਹੜਾ ਤੇਰਾ ਵਿਕਸਿਤ ਹੋ ਜਾਏਗਾ, ਡਿਵੈਲਪ ਹੋਣਾ ਸ਼ੁਰੂ ਹੋ ਜਾਏਗਾ ਜਦ ਸਾਧ ਦੇ ਚਰਨ ਤੂੰ ਧੋ ਧੋ ਕੇ ਪੀਏਗਾ। ਭਗਤ ਜਨਾ ਕੇ ਮਨ ਤਨ ਰੰਗ, ਹੁਣ ਸਾਧ ਦੇ ਚਰਨ ਧੋਣ ਦਾ ਕੀ ਮਤਲਬ ਹੈ ਕਿ ਕੋਈ ਸਾਧੂ ਜਿਹਦੀ ਤੁਹਾਨੂੰ ਗੇਰੂਏ ਵਸਤਰ ਵਿੱਚ ਮਿਲ ਗਿਆ, ਉਹਦੇ ਆਪਾਂ ਚਰਨ ਧੋਣ ਨਾਲ ਕੁਝ ਨਹੀਂ ਹੋਣ ਵਾਲਾ, ਇਹਦੀ ਚੋਰ ਲੁੱਚਾ ਹੀ ਰਿਹਾ ਤੇ ਫਿਰ ਕੀ ਫਾਇਦਾ। ਇਹਦੀ ਸਾਧੂ ਤੁਹਾਨੂੰ ਚੰਗੀ ਤਰ੍ਹਾਂ ਮਿਲ ਗਿਆ, ਉਹਦੇ ਚਰਨ ਫਿਜ਼ੀਕਲ ਚਰਨ ਇਹਦਾ ਇਸ ਲਈ ਕੋਈ ਮਤਲਬ ਨਹੀਂ ਹੈ ਬਾਣੀ ਵਿੱਚ। ਉਹਦੇ ਚਰਨ ਮਤਲਬ ਤੁਸੀਂ ਉਹ ਸਮਝੋ ਕਿ ਉਹਦੇ ਜਿਹੜੇ ਵਾਕਿਆ ਨੇ, ਸੈਂਟੈਂਸ ਹਨ, ਉਹਦੀ ਕਿਰਿਆ ਕਲਾਪ ਨੋਟ ਕਰਕੇ, ਓਬਜ਼ਰਵ ਕਰਕੇ ਉਸ ਨੂੰ ਹਿਰਦੇ ਵਿੱਚ ਵਸਾਓ। ਉਹਦੀ ਨਿਰਮਲ ਜਿਹੜੀ ਗਤੀ ਹੈ ਉਸ ਨੂੰ ਸਮਝੋ, ਉਸ ਨੂੰ ਹਿਰਦੇ, ਉਹਦਾ ਇਹ ਧੂਰ ਦਾ ਇਹ ਮਤਲਬ ਹੈ। ਹੁਣ ਆਪਾਂ ਫਿਜ਼ੀਕਲੀ ਧੂਰ ਉਹਦੇ ਪੈਰ ਦੀ ਲੈਣ ਦਾ ਕੋਈ ਖਾਸ ਮਤਲਬ ਨਹੀਂ ਹੈ, ਲੇਕਿਨ ਲੋਕੀ ਉਹੀ ਕਰਦੇ ਰਹਿੰਦੇ ਨੇ ਜੋ ਚੀਜ਼ ਗੁਰੂ ਜੀ ਨੇ ਮਨਾ ਕੀਤੀ ਹੈ। ਇਹ ਸਾਰੇ ਜਿਤਨੇ ਵੀ ਐਗਜ਼ਾਮਪਲ ਲਏ ਜਾ ਰਹੇ ਨੇ ਫਿਜ਼ੀਕਲੀ ਦੇ ਤੌਰ 'ਤੇ ਸਮਝਾਉਣ ਵਾਸਤੇ ਨੇ। ਐਕਚੁਅਲੀ ਆਪਾਂ ਨੂੰ ਕੀ ਕਰਨਾ ਹੈ, ਸਪਿਰਿਚੁਅਲੀ ਉਹਨਾਂ ਦੇ ਗੱਲ ਨੂੰ ਸਮਝਣਾ। ਹੁਣ ਕਬੀਰਦਾਸ ਜੀ ਨਹੀਂ ਰਹੇ, ਉਹਨਾਂ ਦਾ ਸਰੀਰ ਨੇ ਅਤੇ ਉਹਨਾਂ ਦੀ ਧੂਲ ਕੀ ਆਪਾਂ ਕਿੱਥੋਂ ਲਿਆਵਾਂਗੇ, ਉਹਨਾਂ ਦੇ ਮੰਦਰ ਜਾ ਕੇ ਉੱਥੋਂ ਪੱਟ ਲਿਆਵਾਂਗੇ, ਦੈਟ ਇਜ਼ ਯੂਜ਼ਲੈਸ। ਕੀ ਚੀਜ਼ ਯੂਸਫੁਲ ਹੈ? ਕਬੀਰਦਾਸ ਜੀ ਦੀ ਬਾਣੀ ਨੂੰ ਸੁਣੋ, ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸੁਣੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣੋ, ਸਮਝੋ, ਵਿਚਾਰ ਕਰੋ, ਉਸ ਦੀ ਛੂ ਲਵਾ। ਉਹ ਤੋਂ ਚਰਨ ਕਮਲ ਹੈਗੇ ਨੇ ਸਾਧ ਦੇ। ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ। ਉਹਦੀ ਉਪਮਾ ਜਿਹੜੀ ਹੈ ਕਹੀ ਨਹੀਂ ਜਾ ਸਕਦੀ ਸਾਧ ਦੀ। ਨਾਨਕ ਰਹੇ ਸਰਬ ਸਮਾਏ, ਨਾਨਕ ਕਹਿੰਦੇ ਨੇ ਬਈ ਸਰਬ ਵਿੱਚ ਸਮਾਇਆ ਹੋਇਆ, ਸਾਰਿਆਂ ਵਿੱਚ ਸਮਾਇਆ ਹੋਇਆ ਪਰਮਾਤਮਾ। ਪ੍ਰਭ ਬਖਸ਼ੰਦ ਦੀਨ ਦਇਆਲ, ਪ੍ਰਭੂ ਜਿਹੜਾ ਹੈ ਬਖਸ਼ਿਸ਼ਾਂ ਕਰਨ ਵਾਲਾ ਹੈ, ਉਹ ਦੀਨ ਦਇਆਲ ਹੈ। ਭਗਤ ਵਛਲ ਸਦਾ ਕਿਰਪਾਲ, ਜਿਹੜੇ ਲੋਕ ਭਲੇ ਪਾਸੇ ਗਤੀ ਕਰ ਲੈਂਦੇ ਨੇ ਉਹਨਾਂ ਦਾ ਜਿਹੜਾ ਹੈ ਉਹਨਾਂ ਦੇ ਉੱਤੇ ਕਿਰਪਾਲ ਹੋ ਜਾਂਦਾ ਹੈ, ਕਿਰਪਾ ਕਰ ਦਿੰਦਾ। ਅਨਾਥ ਨਾਥ ਗੋਬਿੰਦ ਗੋਪਾਲ, ਅਨਾਥਾਂ ਦਾ ਜਿਹੜਾ ਨਾਥ ਹੈਗਾ, ਜਿਨ੍ਹਾਂ ਦਾ ਕੋਈ ਵੀ ਸੰਭਾਲਣ ਵਾਲਾ ਨਹੀਂ ਹੈ, ਉਹਨਾਂ ਦਾ ਨਾਥ ਜਿਹੜਾ ਗੋਬਿੰਦ ਗੋਪਾਲ ਹੈ। ਇਸ ਦਾ ਬਰਨਿੰਗ ਐਗਜ਼ਾਮਪਲ ਇੱਕ ਹੈ। ਸਾਡੇ ਜਿਹੜੇ ਗੁਰੂ ਰਾਮਦਾਸ ਜੀ ਸਨ ਚੌਥੇ ਪਾਤਸ਼ਾਹ, ਉਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਜਿਹੜਾ ਹੈ ਜਦੋਂ 9 ਸਾਲ ਦੇ ਸਨ, ਤਾਂ ਨਾ ਮਾਤਾ ਸੀ ਨਾ ਪਿਤਾ ਸੀਗੇ। ਉਹਨਾਂ ਦੀ ਨਾਨੀ ਨੇ ਉਹਨਾਂ ਨੂੰ ਪਾਲਿਆ ਅਤੇ ਇਹਨਾਂ ਦਾ ਜਨਮ ਜਿਹੜਾ ਗੁਰੂ ਸਾਹਿਬ ਦਾ ਚੌਥੇ ਪਾਤਸ਼ਾਹ ਜੀ ਦਾ, ਉਹਨਾਂ ਦਾ ਜਨਮ ਲਾਹੌਰ ਚੂਨਾ ਮੰਡੀ ਵਿੱਚ ਹੋਇਆ ਸੀਗਾ। ਲਾਹੌਰ ਵਿੱਚ ਜਿਹੜੇ ਇਹਨੂੰ ਛੋਟੀ ਉਮਰ ਵਿੱਚ ਘੁਗਣੀਆਂ ਵੇਚਦੇ ਸਨ, ਅਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸਨ, ਚਾਚੇ ਵਗੈਰਾ, ਉਹਨਾਂ ਨੇ ਉਹਨਾਂ ਦੀ ਕੋਈ ਕੇਅਰ ਨਹੀਂ ਕੀਤੀ, ਕਿਉਂਕਿ ਅਨਾਥ ਸੀ ਬਾਲਕ। ਅਨਾਥ ਬਾਲਕ ਨੂੰ ਕੋਈ ਨਹੀਂ ਰੱਖ ਕੇ ਰੈਡੀ ਹੈ।
रख भी लेगा तो घर में नौकर ही बना के रखेगा, ये कम कर वो कम कर, ये ले आ वो ले आ। या कोई बहुत चंगा व्यक्ति होगा तो उसमें पढ़ा लिखा देगा, यदि कोई रिश्तेदार चंगा होएगा तो पढ़ा लेगा। लेकिन इत्थे इन्होंने कोई किसी ने कुछ सपोर्ट नहीं की, ना फाइनेंशियल ना मॉरल, बल्कि उन्होंने उल्टा डांट देंगे सन, जा तू बाहर घरों साडे, इस तरह का बिहेव करते सन सक्के रिश्तेदार। फिर उन्होंने नानी जड़ी सी वो उन्होंने लैके अपने पिंड ले आई बासर के। गुरु अमरदास जी भी बासर के पिंड के थर्ड गुरु जोड़े आप साडे। फिर जी माता जी जी उन्होंने नानी जी उन्होंने गुरु अमरदास जी के गुरुद्वारे की उसारी कर रहे थे, उत्थे लै गए। फिर उन्होंने परमिशन तो इत्थे ही रहन लगे। और गुरु साहब ने जी ना दिन रात गुरुद्वारे में सेवा करनी, कीर्तन सुनना, फिर अपना कारोबार कर लेना जो उन्होंने सा घुगड़ियाँ बेचण का, फिर सेवा कर लेनी, फिर कारोबार कर लेना। फिर उन्होंने प्रीत जी है लग गई। ये अनाथ बालक से, इन्हों का नाथ कौन सीगा? ऊपर वाला सीगा। फिर हौले हौले गुरु रामदास जी ने अमृतसर बनाया, गुत्ता गद्दी हासिल हुई। फिर गुरु अमरदास जी की बेटी नाल ही अनाथ जड़ा बालक सी उसकी शादी हुई, क्योंकि कंपिटेंट सीगा, बहुत भक्तिभाव वाले सा। इस युग में सब तो ज़्यादा यदि किसी ने योग कमाया है, राजयोग तखत दियन गुरु रामदास। राजयोग कमाने वाले गुरु रामदास जी है ना इस जगत विच, ये सदी विच सब तो वड्डे योगी। इतना उन्होंने योग कमाया, राजयोग, कि अज करोड़ा करोड़ा लोग जोड़े ने अंबरसर मत्था टेकण आते हैं, चाहे वो कनाडा का राष्ट्रपति है या होर किसी जगह का राष्ट्रपति है या बड़ा राष्ट्राध्यक्ष है, वो गोल्डन टैंपल भी वेखण जाते हैं कि बई की है इस तरह का। फिर जाते हैं तो शांति प्राप्त होती है, एक अनूठी चीज़ा हैं उत्थे। फिर उन्होंने पुत्र गुरु अर्जन देव जी उन्होंने हरमंदर साहब बनाया। फिर गुरु अर्जन देव जी के जोड़े पुत्र सन छठे पातशाह हरगोबिंद साहब, उन्होंने अकाल तखत बनाया। फिर पुश्त दर पुश्त जोड़ा है इन्हों का राजयोग में इतनी शक्ति है कि अगली कई पुश्तां जड़ियां ने वो DNA इंप्रूव हो जाता। इतना DNA इंप्रूव हो गया। राजयोग इस तरह का एक योग है। राजयोग है कि सिर्फ परमात्मा राजा नाल जुड़न नूं राजयोग आखदे। तुसीं यदि नाम जप रहे हो, राजयोग कर रहे हो। पूरा सिख जगत जोड़ा राजयोग करदा। सुखमनी साहब का पाठ हो रहा, नाम जप रहे हैं परमात्मा का, उस राजा नाल योग कर रहे हैं, राजयोग है। जपजी साहब का पाठ कर रहे हैं। पूरी जितना भी सिखिज़म है चल रहा, जिस तरीके नाल गुरु साहबान ने बनाया है, मतलब फंडामेंटल जोड़ा बेसिक है और राजयोग है। और राजयोग जोड़ा आप करते हैं रोज़, कोई अलग नहीं है जोड़ा ये दूजे लोग दसते रहते हैं। यही राजयोग है। उस राजा नाल जुड़न योग करन नूं राजयोग कहते। चाहे तुसी गुरबाणी के थ्रू करो, चाहे तुसी नाम जप करके करो, या यही विधियाँ जोड़ी है ना साढ़े सिलेबस में गुरु साहिबान बना के गए हैं। कीर्तन सुनो, कीर्तन करो, जपजी साहब पढ़ो, जाप साहब पढ़ो, पंज बाणियाँ पढ़ो, और ज़्यादा तो ज़्यादा ज्ञान लो, ये राजयोग हो जाएगा। कन्फ्यूज होने की कोई लोड़ नहीं है। राजा नाल जुड़न नूं राजयोग कहते हैं। राजा कौन है? परमात्मा राजा है, और कोई राजा नहीं। आप उसे नूं मनदे, अपनी सिक्खी पूरी उहदे उत्ते ही चलती हैगी। पुरख भगवान भगत जना के प्राण आधार। भगत जना दे जिहड़ा है वो नाम जिहड़ा आधार रहिंदा है। अनाथ नाथ गोबिंद गोपाल सरब घटा करत प्रतिपाल। वो जिहड़ा अनाथा का नाथ है, गोबिंद है, गोपाल है, सरब घटा करत प्रतिपाल। सारी घटावां विच कोई प्रतिपालना करता है जिहड़ा नॉन बायोलॉजिकल फादर है। आदि पुरख कारण करतार। वो जिहड़ा है पुरख जिहड़ा है वो आदि तो शुरू तो करण कारण करतार भी हुई है। सब कुछ करण वाला वो है। भगत जना के प्राण आधार।
ਭਗਤਾਂ ਦੇ ਜਿਹੜੇ ਜਨ ਹੈਗੇ ਨੇ, ਭਗਤ ਜਨ, ਉਹਨਾਂ ਦੇ ਪ੍ਰਾਣਾਂ ਦਾ ਆਧਾਰ ਵੀ ਉਹੀ ਹੈ। ਜੋ ਜੋ ਜਪੇ ਸੋ ਹੋਏ ਪੁਨੀਤ। ਜੋ ਜੋ ਉਸ ਪਰਮਾਤਮਾ ਦਾ ਨਾਮ ਜਪਦਾ, ਜੋ ਜੋ ਸੁਖਮਨੀ ਸਾਹਿਬ ਦਾ ਪਾਠ ਕਰਦਾ, ਉਹ ਪਵਿੱਤਰ ਹੋ ਜਾਂਦਾ, ਪੁਨੀਤ ਹੋ ਜਾਂਦਾ। ਭਗਤ ਭਾਏ ਲਾਵੇ ਮਨ ਹੀਤ। ਭਾਵ ਲਗਾਏਗਾ ਭਗਤੀ ਦਾ, ਮਨ ਜਿਹੜਾ ਉਹਦਾ ਕਲੀਨ ਹੋ ਜਾਏਗਾ, ਨੈਗੇਟਿਵਿਟੀ ਦੂਰ ਹੋ ਜਾਏਗੀ, ਪੋਜ਼ਿਟਿਵਿਟੀ ਆ ਜਾਏਗੀ। ਹਮ ਨਿਰਗੁਣੀ ਯਾਰ ਨੀਚ ਅਜਾਨ। ਅਸੀਂ ਬਿਨਾਂ ਗੁਣਾਂ ਵਾਲੇ ਨੀਚ ਹਾਂ, ਅਜਾਨ ਹਾਂ, ਕੋਈ ਜਾਣਕਾਰੀ ਨਹੀਂ ਸਾਨੂੰ ਜ਼ਿਆਦਾ। ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਫਿਰ ਗੁਰੂ ਨਾਨਕ ਦੇਵ ਜੀ ਆਖਰਨ, ਬਈ ਤੇਰੀ ਸ਼ਰਨ ਵਿੱਚ ਆ ਗਿਆ ਹੂੰ, ਹੇ ਪੁਰਖ ਭਗਵਾਨ, ਮੈਂ ਤੇਰੀ ਸ਼ਰਨ ਵਿੱਚ। ਤੂੰ ਪੁਰਖ ਹੈ, ਤੂੰ ਸਭ ਕੁਝ ਕਰਨ ਵਾਲਾ ਹੈ, ਤੂੰ ਸਰਬ ਸ਼ਕਤੀਮਾਨ ਹੈ। ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਤੂੰ ਮੈਨੂੰ ਆਪਣੀ ਸ਼ਰਨ ਵਿੱਚ ਰੱਖ। ਸਰਬ ਬੈਕੁੰਠ ਮੁਕਤ ਮੋਖ ਪਾਏ। ਤੈਨੂੰ ਮੁਕਤ ਪ੍ਰਾਪਤ ਹੋਏਗੀ, ਮੋਖ ਪ੍ਰਾਪਤ ਹੋ ਜਾਏਗਾ, ਔਰ ਬੈਕੁੰਠ ਦੀ ਜਾਂ ਪ੍ਰਾਪਤੀ ਹੋ ਜਾਏਗੀ। ਏਕ ਨਿਮਕ ਹਰ ਕੇ ਗੁਣ ਗਾ। ਜੇ ਇੱਕ ਵਾਰ ਵੀ ਤੂੰ ਹਰੀ ਦਾ ਗੁਣ ਗਾ ਲਿਆ, ਹੁਣ ਇੱਕ ਨਿਮਕ ਦਾ ਕੀ ਮਤਲਬ ਹੈ? ਇੱਕ ਨਿਮਕ ਮਤਲਬ ਜਦ ਤੇਰਾ ਲਾਸਟ ਵੇਲਾ ਆਏਗਾ ਨਾ, ਨਿਮਕ ਛੋਟਾ ਜਿਹਾ ਛਣ, ਉਹ ਲਾਸਟ ਵੇਲਾ ਜਦ ਆਏਗਾ, ਨਿਮਕ ਮਾਤਰ ਆਏਗਾ, ਉਸ ਵੇਲੇ ਨਾਮ ਜਪ ਲੈ, ਉਹ ਵੇਲਾ ਨਾ ਛੱਡੀ। ਲੇਕਿਨ ਤੂੰ ਸਾਰੇ ਵੇਲੇ ਜਪਦਾ ਰਹੇਗਾ ਤਾਂ ਉਸ ਵੇਲੇ ਜਪ ਪਾਏਗਾ। ਜੇ ਸਾਰੇ ਵੇਲੇ ਨਹੀਂ ਜਪ ਸਕੇਗਾ ਫਿਰ ਮੁਸ਼ਕਿਲ। ਅਨੇਕ ਰਾਜ ਭੋਗ ਵਡਿਆਈ। ਅਨੇਕਾਂ ਰਾਜ ਹੈਗੇ ਨੇ, ਔਰ ਬੰਦਾ ਜਿਹੜਾ ਹੈ ਭੋਗ ਕਰਦਾ ਰਹਿੰਦਾ ਵਡਿਆਈਆਂ ਦਾ। ਹਰ ਕੇ ਨਾਮ ਕੀ ਕਥਾ ਮਨ ਭਾਈ। ਲੇਕਿਨ ਹਰੀ ਦੇ ਨਾਮ ਦੀ ਜਿਹੜੀ ਕਥਾ ਹੈ, ਉਹ ਮਨ ਨੂੰ ਭਾ ਜਾਂਦੀ ਹੈ, ਉਹ ਮਨ ਵਿੱਚ ਜਿਹੜੀ ਬੈਠ ਜਾਂਦੀ ਹੈ। ਬਹੁ ਭੋਜਨ ਕਾ ਪਰ ਸੰਗੀਤ। ਬਹੁਤ ਸਾਰੇ ਭੋਜਨ, ਬਹੁਤ ਸਾਰੇ ਕੱਪੜੇ, ਬਹੁਤ ਸਾਰੇ ਸੰਗੀਤ। ਰਸਨਾ ਜਪਤੀ ਹਰ ਹਰ ਨੀਤ। ਜੇ ਰਸਨਾ ਹਰੀ ਹਰੀ ਜਪਦੀ ਹੈ ਤਾਂ ਬਹੁਤ ਵਧੀਆ। ਭਲੀ ਸੁਕਰਨੀ ਸੋਭਾਵੰਤ। ਆਪਾਂ ਨੂੰ ਭਲੀ ਜਿਹੜੇ ਨੇ ਕੰਮ ਕਰਨੇ ਚਾਹੀਦੇ ਨੇ। ਉਹੀ ਵਿਅਕਤੀ ਜਿਹੜਾ ਨਾ ਸੋਭਾ ਧਨਵੰਤ ਹੋ ਜਾਂਦਾ ਹੈ। ਉਹਦਾ ਧਨ ਜਿਹੜਾ ਨਾਮ ਰੂਪੀ ਉਹ ਕੰਮ ਆਉਂਦਾ ਹੈਗਾ। ਹਿਰਦੇ ਬਸੇ ਪੂਰਨ ਗੁਰਮੰਤ। ਹਿਰਦੇ ਵਿੱਚ ਵਸ ਜਾਂਦਾ ਹੈ ਪੂਰਨ, ਜਿਹੜਾ ਗੁਰੂ ਦਾ ਮੰਤਰ ਰਹਿੰਦਾ ਉਹ ਹਿਰਦੇ ਵਿੱਚ ਵਸ ਜਾਂਦਾ ਹੈ। ਸਾਧ ਸੰਗ ਪ੍ਰਭ ਦੇਹੁ ਨਿਵਾਸ। ਹੇ ਪ੍ਰਭੂ, ਸਾਧੂ ਦੇ ਸੰਗ ਨਿਵਾਸ ਦੇ ਮੈਨੂੰ, ਉਹਦੇ ਨਾਲ ਰਹਿ ਸਕਾਂ। ਸਰਬ ਸੁਖ ਨਾਨਕ ਪ੍ਰਗਾਸ। ਸਾਰੇ ਸੁੱਖ ਜਿਹੜੇ ਨੇ ਉਹ ਅਨੁਭਵ ਵਿੱਚ ਆਉਣਗੇ। ਨਾਨਕ ਕਹਿੰਦੇ ਨੇ ਜੇ ਸਾਧੂ ਦਾ ਸੰਗ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।